ਆਪ ਸਭ ਦਾ ਸਵਾਗਤ ਹੈ। ਆਪ ਸਭ ਨੂੰ ਇੱਕ ਵਾਰੀ ਫਿਰ ਇਸ ਨਵੇਂ ਦਿਨ ਦੀਆਂ ਮੁਬਾਰਕਾਂ। ਆਪ ਜੀ ਦੇ ਲਈ ਇਹ ਨਵਾਂ ਦਿਨ ਖੁਸ਼ੀਆਂ ਭਰਿਆ ਹੋਵੇ, ਤੰਦਰੁਸਤੀ ਵਾਲਾ ਹੋਵੇ, ਸਿਹਤ ਵਾਲਾ ਹੋਵੇ, ਪਰਮਾਤਮਾ ਦੇ ਵਿੱਚ ਵਿਸ਼ਵਾਸ ਹੋਰ ਵਧਣ ਵਾਲਾ ਹੋਵੇ, ਹਰ ਪਾਸਿਓਂ ਸੁਖਦਾਈ ਹੋਵੇ। ਇਹੀ ਅਰਦਾਸ ਕਰਦਾ ਹਾਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਸੱਚਾ ਪਾਤਸ਼ਾਹ ਸਭ ਦੇ ਲਈ ਇਹ ਨਵਾਂ ਦਿਨ ਜੋ ਹੈ ਆਇਆ ਹੈ ਖੁਸ਼ੀਆਂ ਭਰਿਆ ਹੋਵੇ, ਤੈਨੂੰ ਯਾਦ ਕਰਨ ਵਾਲਾ ਹੋਵੇ, ਕਿਉਂਕਿ ਤੇਰੇ ਸ਼ੁਕਰਾਨੇ ਵਾਲਾ ਹੋਵੇ, ਕਿਉਂਕਿ ਤੇਰੇ ਤੋਂ ਬਗੈਰ ਇਹ ਨਵਾਂ ਦਿਨ ਅਸੀਂ ਜੀ ਰਹੇ ਹਾਂ ਤਾਂ ਇਹ ਵੀ ਮਿੱਟੀ ਹੈ, ਇਹਦਾ ਕੋਈ ਫਾਇਦਾ ਨਹੀਂ। ਉਹ ਘੜੀ ਸੁਲੱਖਣੀ ਨਹੀਂ ਹੁੰਦੀ ਜਿਸ ਘੜੀ ਅਸੀਂ ਤੇਰਾ ਸ਼ੁਕਰਾਨਾ ਨਹੀਂ ਕਰਦੇ। ਸ਼ੁਕਰ ਹੈ ਤੇਰਾ ਲੱਖ ਲੱਖ ਵਾਰ ਇੱਕ ਦਿਨ ਹੋਰ ਦਿੱਤਾ ਹੈ ਜੀਣ ਵਾਸਤੇ। ਸ਼ੁਕਰ ਹੈ ਤੇਰਾ ਲੱਖ ਲੱਖ ਵਾਰ ਆਪਣੇ ਪਰਿਵਾਰਾਂ ਨੂੰ ਦੇਖਣ ਦਾ ਮੌਕਾ ਦਿੱਤਾ, ਤੇਰਾ ਸ਼ੁਕਰਾਨਾ ਕਰਨ ਦਾ ਮੌਕਾ ਦਿੱਤਾ, ਤੇਰੀ ਉਪਮਾ ਕਰਨ ਦਾ ਮੌਕਾ ਦਿੱਤਾ, ਤੇਰੇ ਪਾਣੀ ਵਿੱਚ ਰਹਿ ਸਕਾਂ, ਤੇਰੇ ਬੰਦਿਆਂ ਨਾਲ ਪਿਆਰ ਕਰ ਸਕਾਂ। ਇਸ ਦਿਨ ਦੇ ਵਿੱਚ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ, ਸੱਚਾ ਪਾਤਸ਼ਾਹ ਉਹੀ ਸੱਜਣ ਵੇਲੀ ਮਿਲਾਈ ਜਿਹੜੇ ਤੇਰੇ ਵਿਸ਼ਵਾਸੀ ਹੋਣ, ਜਿਨ੍ਹਾਂ ਨੂੰ ਤੇਰੇ 'ਤੇ ਪੂਰਨ ਭਰੋਸਾ ਹੋਵੇ। ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ ਸਹੀ ਪਿਆਰੇ ਮਿਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਐਸੇ ਸੱਜਣ ਪਿਆਰਿਆਂ ਦਾ ਮੇਲ ਕਰਾਈ ਜਿਨ੍ਹਾਂ ਨੂੰ ਮਿਲ ਕੇ ਤੇਰਾ ਮੈਂ ਸ਼ੁਕਰਾਨਾ ਕਰ ਸਕਾਂ ਤੇ ਤੇ ਵਿਸ਼ਵਾਸ ਹੋਰ ਬਣਾ ਸਕਾਂ। ਆਓ ਕੁਝ ਵਿਚਾਰਾਂ ਦੀ ਸਾਂਝ ਕਰੀਏ। ਹਮੇਸ਼ਾ ਹੀ ਸੁਣਨ ਨੂੰ ਮਿਲਦਾ ਕਿ ਸੇਵਾ, ਸਿਮਰਨ, ਸਤਸੰਗ ਇਹ ਬੜਾ ਹੀ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਸੇਵਾ ਦੀ ਗੱਲ ਕਰੀਏ, ਸੇਵਾ ਉਹ ਕਹਿਲਾਂਦੀ ਹੈ ਜਿਹੜੀ ਨਿਰਇਛਕ ਤੇ ਨਿਸ਼ਕਾਮ ਹੋਵੇ ਤੇ ਜਿਸ ਦੇ ਪਿੱਛੇ ਕੋਈ ਇੱਛਾ ਨਾ ਹੋਵੇ ਤੇ ਜਿਸ ਦੇ ਪਿੱਛੇ ਕੋਈ ਮਤਲਬ ਨਾ ਹੋਵੇ, ਉਹ ਸੇਵਾ ਕਹਿਲਾਂਦੀ ਹੈ। ਸੇਵਾ ਵੀ ਕਈ ਪ੍ਰਕਾਰ ਦੀ ਹੁੰਦੀ ਹੈ। ਇੱਕ ਸਰੀਰਕ ਤੌਰ ਤੇ ਸੇਵਾ ਹੁੰਦੀ ਹੈ, ਇੱਕ ਆਤਮਿਕ ਤੌਰ ਤੇ ਸੇਵਾ ਹੁੰਦੀ ਹੈ। ਅਸੀਂ ਦੋਨੇ ਪਾਸਿਓਂ ਇਸ ਸੇਵਾ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਣਾ। ਸਰੀਰਕ ਤੌਰ ਤੇ ਜਿਹੜੀ ਸੇਵਾ ਹੈ ਉਹ ਅਸੀਂ ਇਹ ਵੀ ਕਹਿ ਸਕਦੇ ਹਾਂ, ਜੇ ਅਸੀਂ ਘਰਾਂ ਦੇ ਵਿੱਚ ਕਰੀਏ, ਜਿਸ ਤਰ੍ਹਾਂ ਦਾਸ ਘਰਾਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਆਪ ਜੀ ਨਾਲ ਸਾਂਝ ਪਾਏ, ਕਈ ਦਫਾ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਦੇ ਹਾਂ। ਸਰੀਰਕ ਤੌਰ ਤੇ ਜਿਹੜੀ ਸੇਵਾ ਉਸ ਦੀ ਪਹਿਲਾਂ ਗੱਲ ਕਰਦੇ ਹਾਂ। ਗੁਰੂ ਘਰਾਂ ਵਿੱਚ ਜਾ ਕੇ ਅਸੀਂ ਸਫਾਈਆਂ ਕਰਦੇ ਹਾਂ, ਭਾਂਡੇ ਮਾਂਜਦੇ ਹਾਂ, ਜੋੜਾ ਘਰ ਵਿੱਚ ਜੋੜੇ ਸਾਫ਼ ਕਰਦੇ ਹਾਂ, ਕਈ ਦਫਾ ਬੂਟ ਪੋਲਿਸ਼ ਵੀ ਕਰਦੇ ਹਾਂ, ਜੁੱਤੀਆਂ ਪੋਲਿਸ਼ ਵੀ ਕਰਦੇ ਹਾਂ, ਹੂਬਰ ਫੇਰਦੇ ਹਾਂ, ਪੋਚੇ ਵਗੈਰਾ ਲਾ ਦਿੰਦੇ ਹਾਂ, ਝਾੜੂ ਫੇਰਦੇ ਹਾਂ, ਹੋਰ ਖਿੜਕੀਆਂ ਦਰਵਾਜ਼ੇ ਸਾਫ਼ ਕਰ ਦਿੰਦੇ ਹਾਂ। ਬੜੀ ਪ੍ਰਕਾਰ ਦੀ ਜੋ ਸੇਵਾ ਹੈ, ਕੋਈ ਗਾਰਡਨ ਦੀ ਸੇਵਾ ਹੈ, ਕੋਈ ਫੁੱਲ ਪੱਤੀਆਂ ਦੀ ਸੇਵਾ ਅਸੀਂ ਕਰਦੇ ਹਾਂ। ਜਿਹੜੀ ਸਰੀਰਕ ਤੌਰ ਤੇ ਸੇਵਾ ਉਸ ਦੀ ਗੱਲ ਕਰ ਰਹੇ ਹਾਂ। ਪਰ ਇੱਥੇ ਇਹ ਵੀ ਸਿੱਖਣ ਵਾਲੀ ਗੱਲ ਹੈ, ਜੇ ਮੈਂ ਆਪਣੇ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਦਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਖਿਆਲ ਨਹੀਂ ਕਰਦਾ, ਮੇਰਾ ਘਰ ਟੁੱਟਾ ਫੁੱਟਾ ਪਿਆ ਹੈ, ਮੇਰੇ ਘਰ 'ਚ ਪੇਂਟ ਕਰਨ ਵਾਲਾ ਹੈ, ਮੇਰੇ ਘਰ ਦੇ ਮੇਰੇ ਮਾਂ-ਬਾਪ ਮੈਨੂੰ ਕਹੀ ਜਾਂਦੇ ਨੇ ਕਿ ਪੁੱਤਰ ਆਹ ਕਰਨ ਵਾਲਾ ਹੈ, ਪੁੱਤਰ ਉਹ ਕਰਨ ਵਾਲਾ ਹੈ, ਪਰ ਮੈਂ ਘਰ ਦਾ ਖਿਆਲ ਹੀ ਨਹੀਂ ਰੱਖਦਾ ਤੇ ਬਾਹਰ ਜਾ ਕੇ ਸੇਵਾ ਕਰਾਂ, ਉਹ ਸੇਵਾ ਪ੍ਰਵਾਨ ਨਹੀਂ ਹੈ। ਕਿਉਂਕਿ ਪਰਮਾਤਮਾ ਸਾਨੂੰ ਹੂਬਹੂ ਦੇਖ ਰਿਹਾ ਸੀ ਕੀ ਕਰ ਰਹੇ ਹਾਂ। ਪਰਮਾਤਮਾ ਸਾਨੂੰ ਦੇਖ ਰਿਹਾ ਕਿ ਇਸ ਦੇ ਰੱਬ ਰੂਪੀ ਮਾਂ-ਬਾਪ ਇਸ ਨੂੰ ਇਹ ਕਹਿ ਰਹੇ ਨੇ ਕਿ ਘਰ ਦੇ ਵਿੱਚ ਬਹੁਤ ਕੁਝ ਕਰਨ ਵਾਲਾ ਹੈ, ਪਰ ਤੂੰ ਉੱਧਰ ਚਲਿਆ ਜਾਂਦਾ ਹੈ। ਆਓ ਕਿਰਪਾ ਕਰੋ, ਘਰ ਤੋਂ ਹੀ ਸੇਵਾ ਸ਼ੁਰੂ ਹੋਣੀ ਹੈ। ਜੇ ਘਰ ਵਿੱਚ ਵੀ ਅਸੀਂ ਆਪਣੇ ਘਰ ਦੇ ਮੈਂਬਰਾਂ ਨੂੰ ਖੁਸ਼ ਰੱਖਦੇ ਹਾਂ ਤਾਂ ਸਾਡੀ ਬਾਹਰ ਕੀਤੀ ਸੇਵਾ ਵੀ ਪ੍ਰਵਾਨ ਹੁੰਦੀ ਹੈ। ਜੇ ਘਰ ਵਿੱਚ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਰੱਖਦੇ, ਬਾਹਰਲੀ ਸੇਵਾ ਕੀਤੀ ਵੀ ਖੂਹ ਖਾਤੇ ਚਲੀ ਜਾਂਦੀ, ਉਸ ਦਾ ਵੀ ਕੋਈ ਸਾਨੂੰ ਪ੍ਰਣਾਮ ਨਹੀਂ ਮਿਲਦਾ। ਇਸ ਕਰਕੇ ਸਰੀਰਕ ਸੇਵਾ ਵੀ ਬਹੁਤ ਜ਼ਰੂਰੀ ਹੈ ਸਾਡੇ ਲਈ, ਚਾਹੇ ਉਹ ਘਰ ਕਰੀਏ ਚਾਹੇ ਉਹ ਗੁਰੂ ਘਰ ਕਰੀਏ, ਇਹ ਜ਼ਰੂਰੀ ਹੈ। ਪਰ ਹੋਣੀ ਸ਼ੁਰੂ ਘਰ ਤੋਂ ਹੈ।
ਦੂਸਰੀ ਸੇਵਾ ਦਾਸ ਦੀ ਗੱਲ ਕਰੇ ਆਪ ਜੀ ਨਾਲ, ਉਹ ਹੁੰਦੀ ਆ ਮਾਨਸਿਕ ਸੇਵਾ, ਆਤਮਿਕ ਸੇਵਾ, ਜਿਸ ਨੂੰ ਅਸੀਂ ਸੋਚ ਨੂੰ ਬਦਲਣਾ, ਸੋਚ ਨੂੰ ਪਰਪੱਖ ਕਰਨਾ, ਸੋਚ ਨੂੰ ਵਿਸ਼ਵਾਸੀ ਬਣਾਉਣਾ, ਇਹ ਵੀ ਸੇਵਾ ਹੈ। ਉਹ ਸੇਵਾ ਕਿਹੜੀ ਹੈ? ਜਿਸ ਤਰ੍ਹਾਂ ਮਹਾਰਾਜ ਲਿਖਦੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਚਿਤ ਲਾਏ। ਸਤਿਗੁਰ, ਜਿਸ ਤਰ੍ਹਾਂ ਦਾਸ ਨੇ ਪਹਿਲੀ ਵੀਡੀਓ ਵਿੱਚ ਵੀ ਆਪ ਜੀ ਨੂੰ ਦੱਸਿਆ ਕਿ ਸਤਿਗੁਰ ਤੇ ਸਤਿਗੁਰੂ ਵਿੱਚ ਫਰਕ ਹੈ। ਸਤਿਗੁਰ ਜਿਹੜਾ ਸ਼ਬਦ ਹੈ ਉਹ ਸਰੀਰਕ ਤੌਰ ਤੇ ਜਿਹੜਾ ਸਾਡੇ ਕੋਲ ਮੈਸੇਂਜਰ ਹੈ, ਜੋ ਮੈਸੇਜ ਲੈ ਕੇ ਆਇਆ ਹੈ। ਉਹ ਮੈਸੇਜ ਕਿਹੜਾ ਲੈ ਕੇ ਆਇਆ ਕਿ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ, ਪਰਮਾਤਮਾ ਨੂੰ ਦੇਖਿਆ ਜਾ ਸਕਦਾ ਹੈ। God can be realized by blessing of true master। ਇਹ ਪਰਮਾਤਮਾ ਦੀ ਜਾਣਕਾਰੀ ਲਈ ਜਾ ਸਕਦੀ ਹੈ ਸਤਿਗੁਰ ਦੇ ਦੁਆਰਾ। ਜਿਹੜਾ ਸਰੀਰਕ ਤੌਰ ਤੇ ਹੈ ਉਸ ਨੂੰ ਸਤਿਗੁਰ ਦਾ ਨਾਮ ਦੇ ਕੇ ਸੰਬੋਧਿਤ ਕੀਤਾ ਗਿਆ। ਸਤਿਗੁਰੂ ਪਰਮਾਤਮਾ ਨੂੰ ਸੰਬੋਧਿਤ ਕੀਤਾ ਗਿਆ। ਇਸ ਕਰਕੇ ਕਈ ਦਫਾ ਅਸੀਂ ਇਹ ਵੀ ਸ਼ਬਦ ਸਾਨੂੰ ਸੁਣਨ ਨੂੰ ਮਿਲਦਾ ਕਿ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੋਂ ਪਿਆ ਸੰਜੋਗ। ਹੁਣ ਸਤਿਗੁਰ, ਇੱਥੇ ਸਤਿਗੁਰੂ ਨੂੰ ਕਿਹਾ, ਸਤਿਗੁਰ ਕਿਹਾ। ਜਿੱਥੇ ਸਤਿਗੁਰ ਆ ਜਾਏ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਹਮੇਸ਼ਾ, ਜਿੱਦਾਂ 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਸਤਿਗੁਰ ਆਏ, ਜੀਸਸ ਕ੍ਰਾਈਸਟ ਦੇ ਰੂਪ ਦੇ ਵਿੱਚ ਸਤਿਗੁਰ ਆਏ, ਹਜ਼ਰਤ ਮੁਹੰਮਦ ਜੀ ਦੇ ਰੂਪ ਦੇ ਵਿੱਚ ਸਤਿਗੁਰ ਆਏ, ਸ਼੍ਰੀ ਕ੍ਰਿਸ਼ਨ ਜੀ, ਰਾਮ ਜੀ ਦੇ ਰੂਪ ਦੇ ਵਿੱਚ ਸਤਿਗੁਰ ਆਏ। ਇਹ ਸਤਿਗੁਰ ਨੂੰ ਸੰਬੋਧਿਤ ਹੈ। ਸਤਿਗੁਰੂ ਦਾ ਮਤਲਬ ਹੈ ਪਰਮਾਤਮਾ। ਸਤ ਦਾ ਗਿਆਨ, ਗੁਰੂ ਦਾ ਮਤਲਬ ਗਿਆਨ। ਜਦੋਂ ਇਹ ਸ਼ਬਦ ਸਾਨੂੰ ਸੁਣਨ ਨੂੰ ਮਿਲਦਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਚਿਤ ਲਾਏ। ਹੁਣ ਸਤਿਗੁਰ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਸਰੀਰਕ ਤੌਰ ਤੇ ਹੈ, ਉਸ ਨੂੰ ਸੰਬੋਧਿਤ ਕਰਕੇ ਕਿਹਾ ਗਿਆ ਸਤਿਗੁਰ ਕੀ ਸੇਵਾ। ਸਤਿਗੁਰ ਦਾ ਵਚਨ, ਸਤਿਗੁਰ ਦਾ ਹੁਕਮ ਜੋ ਆਇਆ ਸਾਡੇ ਲਈ, ਉਹ ਸਫਲ ਹੋਏਗਾ, ਉਹ ਕੰਪਲੀਟ ਹੋਏਗਾ। ਉਹ ਹੁੰਦਾ ਵੀ ਕੰਪਲੀਟ ਹੀ ਹੈ। ਤੇ ਨਾਲ ਦਾ ਉਹਨਾਂ ਨੇ, ਮਹਾਰਾਜ ਨੇ ਇਹ ਗੱਲ ਲਿਖੀ, ਜੇ ਕੋਈ ਕਰੇ ਮਨ ਚਿਤ ਲਾਏ। ਮਨ ਨੂੰ ਐਨ ਚਿਤ ਲਾ ਕੇ, ਮਨ ਨੂੰ ਸਮਝਾ ਕੇ, ਮਨ ਨੂੰ ਪਕੜ ਕਰਕੇ, ਆਪਣੀ ਸੋਚ ਨੂੰ ਕੰਟਰੋਲ ਕਰਕੇ, ਸਮਝ ਨਾਲ, ਬੁੱਧੀ ਦੇ ਨਾਲ ਜਿਹੜਾ ਸਤਿਗੁਰ ਦਾ ਹੁਕਮ ਆਇਆ ਉਸ ਨੂੰ ਸਮਝੀਏ, ਸਮਝ ਕੇ ਅਪਲਾਈ ਕਰੇਗਾ ਤਾਂ ਜ਼ਿੰਦਗੀ ਦੇ ਨਜ਼ਾਰੇ ਲਏਗਾ। ਇਹ ਵਚਨ ਅਸਲੀ ਹੁੰਦਾ। ਸਤਿਗੁਰ ਨੂੰ ਜੇ ਖੁਸ਼ ਕਰਨਾ ਹੈ ਤਾਂ ਸਤਿਗੁਰ ਦੇ ਵਚਨਾਂ ਨੂੰ ਮੰਨਣਾ ਪੈਣਾ ਹੈ। ਠੀਕ। ਤੇ ਜਿਹੜੀ ਬਾਕੀ ਸੇਵਾ ਅਸੀਂ ਕਰਦੇ ਹਾਂ, ਜਿੱਦਾਂ ਗੁਰੂ ਘਰ, ਜਦੋਂ ਬੰਦਾ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰਦਾ ਹੋਵੇ, ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੋਵੇ, ਪਰਮਾਤਮਾ ਦੇ ਆਪਣੇ ਟਰਮ ਐਂਡ ਕੰਡੀਸ਼ਨ ਤੇ ਚੱਲਦਾ ਹੋਵੇ, ਤੇ ਉਹਦੇ ਕੋਲੋਂ ਆਟੋਮੈਟਿਕਲੀ ਸੇਵਾ ਨਿਕਲਦੀ ਹੈ। ਜੇ ਕੋਈ ਰੋਡ ਕ੍ਰਾਸ ਕਰਨ ਵਾਲਾ ਹੈ, ਜੇ ਉਹ ਪਰਮਾਤਮਾ ਉਸ ਵਿੱਚ ਦੇਖ ਰਿਹਾ ਹੈ, ਜੇ ਉਹ ਪਰਮਾਤਮਾ ਦਾ ਵਿਸ਼ਵਾਸੀ ਹੈ ਤਾਂ ਉਸ ਨੂੰ ਰੋਡ ਕ੍ਰਾਸ ਕਰਾ ਦੇਗਾ। ਜੇ ਉਹ ਸੜਕ ਤੇ ਜਾ ਰਿਹਾ ਹੈ, ਉਹਨੂੰ ਦੇਖਿਆ ਵੀ ਕੱਚ ਖਿਲਰਿਆ ਪਿਆ ਹੈ, ਜਾਂ ਕੋਈ 2 ਬੋਤਲਾਂ, ਲੋਕੀ ਕਈ ਦਫਾ ਕੋਈ ਬੀਰਾਂ ਸ਼ੀਰਾਂ ਪੀ ਕੇ ਜਾਂ ਕੋਈ ਹੋਰ ਜੂਸ ਜਾਸ ਪੀ ਕੇ ਕੱਚ ਦੀਆਂ ਬੋਤਲਾਂ ਸੜਕ ਤੇ ਰੱਖ ਦਿੰਦੇ ਨੇ, ਤੇ ਉਹ ਚੱਕ ਕੇ ਡਸਟਬਿਨ ਵਿੱਚ ਸੁੱਟਦਾ, ਉਹ ਵੀ ਸੇਵਾ ਹੈ। ਠੀਕ। ਕਿਸੇ ਦਾ ਦੁੱਖ ਸੁਣ ਲੈਣਾ, ਉਸ ਨੂੰ ਦਿਲਾਸਾ ਦੇਣਾ, ਉਸ ਨੂੰ ਹੌਸਲਾ ਦੇਣਾ, ਉਹ ਵੀ ਸੇਵਾ ਹੈ। ਸੇਵਾ ਕਈ ਪ੍ਰਕਾਰ ਦੀ ਕੀਤੀ ਜਾ ਸਕਦੀ ਹੈ ਬਾਅਦ ਵਿੱਚ, ਕਿਉਂਕਿ ਜਿੰਨਾ ਚਿਰ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ, ਮੈਨੂੰ ਭਰੋਸਾ ਹੀ ਨਹੀਂ, ਮੈਂ ਇਨਸਾਨੀਅਤ ਨੂੰ ਮੰਨਦਾ ਹੀ ਨਹੀਂ, ਤੇ ਮੈਂ ਉਹ ਫਿਜ਼ੀਕਲ ਸੇਵਾ ਵੀ ਨਹੀਂ ਕਰ ਸਕਦਾ। ਕਈ ਲੋਕੀ ਹੈਗੇ ਦੁਨੀਆ ਤੇ ਜਿਹੜੇ ਨਾਸਤਿਕ ਨੇ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਜਿਹੜੇ ਬਲੀਵ ਹੀ ਨਹੀਂ ਕਰਦੇ ਕਿ ਗॉड ਐਗਜ਼ਿਸਟ, ਕਿ ਪਰਮਾਤਮਾ ਹੈ। ਉਹ ਵੀ ਸੇਵਾ ਕਰਦੇ ਨੇ। ਕਿਉਂ ਸੇਵਾ ਕਰਦੇ ਨੇ? ਕਿ ਉਹ ਪਰਮਾਤਮਾ ਵਿੱਚ ਤਾਂ ਵਿਸ਼ਵਾਸ ਨਹੀਂ ਕਰਦੇ, ਪਰ ਉਹ ਇਨਸਾਨੀਅਤ ਵਿੱਚ ਵਿਸ਼ਵਾਸ ਜ਼ਰੂਰ ਕਰਦੇ ਨੇ ਕਿ ਪਰਮਾਤਮਾ ਤੋਂ ਬਾਅਦ ਪਹਿਲਾਂ ਪਰਮਾਤਮਾ ਹੈ, ਫਿਰ ਇਨਸਾਨੀਅਤ ਆਉਂਦੀ ਹੈ। ਜਿਹੜਾ ਇਨਸਾਨ ਪਰਮਾਤਮਾ ਨੂੰ ਨਹੀਂ ਮੰਨਦਾ, ਉਹ ਵੱਖਰੀ ਗੱਲ। ਜੇ ਉਹ ਇਨਸਾਨੀਅਤ ਦੀ ਕਦਰ ਕਰਦਾ, ਉਹ ਵੀ ਬਹੁਤ ਵੱਡੀ ਅਵਸਥਾ ਰੱਖਦਾ। ਜਿਸ ਤਰ੍ਹਾਂ ਇੱਕ ਦਫਾ ਬਾਬਾ ਅਵਤਾਰ ਸਿੰਘ ਜੀ ਦੇ ਕੋਲ ਕੋਈ ਗੁਰਸਿੱਖ ਆ ਗਏ, ਤਾਂ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਜੀ ਮੈਂ ਇੱਥੇ ਤੁਹਾਡੇ ਕੋਲ ਹੀ ਰਿਹਾ ਕਰਨਾ, ਮੈਂ ਤੁਹਾਡੀ ਸੇਵਾ ਕਰਿਆ ਕਰਨੀ ਹੈ। ਤਾਂ ਬਾਬਾ ਜੀ ਨੇ, ਮਹਾਰਾਜ ਨੇ ਕਿਹਾ ਕਿ ਤੇਰੇ ਘਰ ਕੋਈ ਪਰਿਵਾਰ ਹੈ, ਤੇਰੇ ਬੱਚੇ ਹੈਗੇ ਆ? ਕਹਿੰਦਾ ਹਾਂਜੀ। ਤੇਰੇ ਮਾਂ ਬਾਪ ਹੈਗੇ ਆ? ਕਹਿੰਦੇ ਹਾਂਜੀ। ਕਹਿੰਦੇ ਇਸ ਤਰ੍ਹਾਂ ਕਰ ਵੀ ਤੂੰ
ਉਹਨਾਂ ਦੀ ਜਾ ਕੇ ਸੇਵਾ ਕਰ। ਇੱਥੇ ਮੈਨੂੰ ਤੇਰੀ ਲੋੜ ਨਹੀਂ, ਕਿਉਂਕਿ ਘਰ ਵਿੱਚ ਤੇਰੀ ਲੋੜ ਹੈ। ਤੂੰ ਘਰ-ਬਾਰ ਛੱਡ ਕੇ, ਮਾਂ-ਬਾਪ ਨੂੰ ਛੱਡ ਕੇ, ਬਿਰਧ ਤੇਰੇ ਮਾਂ-ਬਾਪ ਨੇ, ਤੂੰ ਮੇਰੇ ਕੋਲ ਆ ਗਿਆ ਮੇਰੀ ਸੇਵਾ ਕਰਨ ਦੇ ਲਈ, ਮੇਰਾ ਸਰੀਰ ਘੁੱਟਣ ਦੇ ਲਈ, ਜਾਂ ਇੱਥੇ ਝਾੜੂ ਪੋਚਾ ਕਰਨ ਦੇ ਲਈ। ਮੈਨੂੰ ਇਦਾਂ ਦੇ ਗੁਰਸਿੱਖਾਂ ਦੀ ਲੋੜ ਨਹੀਂ ਜਿਹੜੇ ਆਪਣੇ ਆਪ ਨੂੰ ਗੁਰਸਿੱਖ ਕਹਿੰਦੇ ਨੇ। ਮੈਨੂੰ ਇਦਾਂ ਦੇ ਗੁਰਸਿੱਖਾਂ ਦੀ ਲੋੜ ਨਹੀਂ ਜਿਹੜੇ ਆਪਣਾ ਘਰ-ਬਾਰ ਛੱਡ ਕੇ, ਆਪਣਾ ਪਰਿਵਾਰ, ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਹੋਰ ਹੀ ਕੰਮ ਕਰਦੇ ਫਿਰਦੇ ਨੇ। ਆਓ ਗੁਰੂ ਪਿਆਰਿਓ, ਸਤਿਗੁਰ ਦਾ ਬਚਨ ਮੰਨਣਾ ਮਾਨਸਿਕ ਤੌਰ ਤੇ ਸਾਨੂੰ ਸਟਰੋਂਗ ਕਰੇਗਾ, ਵਿਸ਼ਵਾਸੀ ਬਣਾਏਗਾ, ਤਕੜਾ ਬਣਾਏਗਾ। ਸਰੀਰਕ ਤੌਰ ਤੇ ਜਿਹੜੀ ਸੇਵਾ ਹੈ, ਸਰੀਰਕ ਤੌਰ ਤੇ ਅਸੀਂ ਕੋਈ ਹੈਲਪ ਕਰਦੇ ਹਾਂ ਜਾਂ ਮਦਦ ਕਰਦੇ ਹਾਂ ਜਾਂ ਕੋਈ ਸੇਵਾ ਕਰਦੇ ਹਾਂ ਜਾਂ ਕੋਈ ਕੰਮਕਾਰ ਕਰਦੇ ਹਾਂ, ਉਹ ਸਾਨੂੰ ਸਰੀਰਕ ਤੌਰ ਤੇ ਤਕੜਾ ਬਣਾਏਗੀ। ਸੋ ਕਿਰਪਾ ਕਰੋ, ਸੇਵਾ ਦਾ ਮਤਲਬ ਇੱਥੇ ਆਪਾਂ ਇਹ ਕੱਢਦੇ ਹਾਂ, ਜੇ ਆਪਾਂ ਮਾਨਸਿਕ ਤੌਰ ਤੇ ਤਕੜੇ ਬਣਨਾ ਹੈ ਤਾਂ ਸਾਨੂੰ ਸਤਿਗੁਰ ਦੇ ਬਚਨਾਂ ਤੇ ਚੱਲਣਾ ਪਏਗਾ, ਆਪਣੇ ਆਪ ਨੂੰ ਯਕੀਨੀ ਵਿਸ਼ਵਾਸੀ ਬਣਾਉਣਾ ਪਏਗਾ, ਤਾਂ ਸਾਡੀ ਸੋਚ, ਸਾਡਾ ਮਨ ਤਕੜਾ ਹੋਏਗਾ। ਕਿਉਂਕਿ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਗੁਰਬਾਣੀ ਜਿਹੜੀ ਹੈ ਉਹ ਮਨ ਤੇ ਲਿਖੀ ਗਈ ਹੈ। ਸਰੀਰਕ ਤੌਰ ਤੇ ਅਸੀਂ ਆਪਣੇ ਆਪ ਨੂੰ ਤਕੜਾ ਕਰਨਾ ਹੈ, ਤਾਂ ਸਰੀਰਕ ਤੌਰ ਤੇ ਤਕੜਾ ਕਰਨ ਦੇ ਲਈ ਸਾਨੂੰ ਘਰ ਤੋਂ ਹੀ ਸ਼ੁਰੂਆਤਾਂ ਕਰਨੀਆਂ ਪੈਣਗੀਆਂ, ਘਰ ਤੋਂ ਹੀ ਕੰਮਕਾਰ ਕਰਨੇ ਸ਼ੁਰੂ ਪੈਣਗੇ। ਘਰ ਵਿੱਚ ਸਾਡੇ ਬਹੁਤ ਕੰਮ ਕਰਨ ਵਾਲੇ ਹੋਣ, ਅਸੀਂ ਗੁਰੂ ਘਰਾਂ ਜਾ ਕੇ, ਮੰਦਿਰਾਂ ਗੁਰਦੁਆਰਿਆਂ ਵਿੱਚ ਜਾਂ ਕਿਤੇ ਮਸੀਤਾਂ ਵਿੱਚ ਜਾ ਕੇ ਸੇਵਾ ਕਰੀ ਜਾਈਏ, ਉਹ ਸੇਵਾ ਪ੍ਰਵਾਨ ਨਹੀਂ ਹੈ, ਉਹ ਕਿਸੇ ਅਰਥ ਨਹੀਂ ਹੈ ਸੇਵਾ। ਅਸੀਂ ਘਰ ਤੋਂ ਸ਼ੁਰੂ ਕਰਨੀ ਹੈ। ਘਰ ਹੀ ਅਸੀਂ ਆਪਣੇ ਆਪ ਨੂੰ ਖੁਸ਼ ਰੱਖਾਂਗੇ, ਘਰ ਆਪਣੇ ਮਾਂ-ਬਾਪ ਨੂੰ, ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ, ਘਰਵਾਲੀ ਨੂੰ ਜਾਂ ਘਰਵਾਲੇ ਨੂੰ ਖੁਸ਼ ਰੱਖਾਂਗੇ, ਤਦ ਹੀ ਸੇਵਾ ਸਾਡੀ ਪ੍ਰਵਾਨ ਹੋਏਗੀ ਸਰੀਰਕ ਤੌਰ ਤੇ ਵੀ। ਤਾਂ ਆਓ ਕਿਰਪਾ ਕਰੋ। ਦੂਸਰੀ ਲਿਖਿਆ ਮਹਾਰਾਜ ਨੇ ਸੁਮਿਰਨ, ਸਿਮਰਨ, ਸੁਮਿਰਨ, ਮੈਡੀਟੇਸ਼ਨ, ਰਿਮੈਂਬਰੈਂਸ, ਇਸ ਦੇ ਲਫ਼ਜ਼ ਨੇ ਗਏ। ਹੁਣ ਸਿਮਰਨ ਕਿਸ ਤਰ੍ਹਾਂ ਕਰਨਾ, ਕਿਸ ਨੂੰ ਯਾਦ ਕਿਸ ਤਰ੍ਹਾਂ ਕਰਨਾ? ਹੁਣ ਯਾਦ ਕਿਸੇ ਨੂੰ ਤਦੇ ਹੀ ਕੀਤਾ ਜਾ ਸਕਦਾ ਜੇ ਅਸੀਂ ਉਹਨੂੰ ਪਹਿਲਾਂ ਮਿਲੇ ਹੋਵਾਂਗੇ। ਤਾਂ ਜੇ ਅਸੀਂ ਕਿਸੇ ਨੂੰ ਮਿਲੇ ਨਹੀਂ, ਉਸ ਨੂੰ ਕਿੱਦਾਂ ਯਾਦ ਕਰੀਏ? ਜੇ ਮੈਂ ਇਹ ਗੱਲ ਕਹਾਂ ਕਿ ਜਿੰਨੇ ਵੀ ਤੁਸੀਂ ਇੱਥੇ ਆ ਵੀਡੀਓ ਦੇਖ ਰਹੇ ਆ, ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੇ ਮੇਰੇ ਦਾਦਾ ਜੀ ਨੂੰ ਨਹੀਂ ਦੇਖਿਆ, ਉਹ ਕਿੱਦਾਂ ਉਹਨੂੰ ਯਾਦ ਕਰ ਲੈਣਗੇ, ਕਿੱਦਾਂ ਉਹਦਾ ਧਿਆਨ ਬਣਾ ਲੈਣਗੇ? ਪਹਿਲਾਂ ਕਿਸੇ ਦਾ ਧਿਆਨ ਬਣਾਉਣ ਦੇ ਲਈ, ਕਿਸੇ ਨੂੰ ਯਾਦ ਕਰਨ ਦੇ ਲਈ ਉਹਨੂੰ ਮਿਲਣਾ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਮਿਲਦੇ ਨਹੀਂ, ਸਤਿਗੁਰ ਨੂੰ ਆਪਣੇ ਕਿਸੇ ਵੀ ਐਸੀ ਚੀਜ਼ ਨੂੰ ਯਾਦ ਕਰਨਾ, ਜਿਸ ਤਰ੍ਹਾਂ ਮੈਂ 2015 ਦੇ ਵਿੱਚ ਅਮਰੀਕਾ ਗਿਆ। ਉੱਥੇ ਮੈਂ ਅਮਰੀਕਾ ਦੀ ਲਾਈਫ ਦੇਖੀ, ਜ਼ਿੰਦਗੀ ਦੇਖੀ, ਲੋਕੀ ਕਿੱਦਾਂ ਜੀਂਦੇ ਨੇ, ਕਿੱਦਾਂ ਦਾ ਉੱਥੇ ਹੌਲੀਡੇ ਸਿਸਟਮ ਹੈ ਉਹਨਾਂ ਦਾ। ਹੁਣ ਤੁਹਾਡੇ ਵਿੱਚੋਂ ਜਿਹੜੇ ਉਹ ਲੋਕ ਉੱਥੇ ਨਹੀਂ ਗਏ, ਤੇ ਉਹ ਕਿੱਦਾਂ ਉਸ ਚੀਜ਼ ਨੂੰ ਯਾਦ ਕਰ ਸਕਦੇ ਆ? ਹੁਣ ਮੈਂ ਇੰਡੀਆ ਦੇ ਵਿੱਚ ਗੋਆ 'ਚ ਨਹੀਂ ਕਦੀ ਗਿਆ, ਗੋਆ ਮੈਂ ਦੇਖਿਆ ਨਹੀਂ ਕਦੀ। ਬੰਬੇ ਮੈਂ ਗਿਆ ਕਈ ਦਫਾ, ਪਰ ਮੈਂ ਗੋਆ ਨਹੀਂ ਗਿਆ ਕਦੀ। ਹੁਣ ਗੋਆ ਦੇ ਜਿਹੜੇ ਹੌਲੀਡੇ ਨੇ, ਜਾਂ ਗੋਆ ਦਾ ਕੋਈ ਬੀਚ ਹੈ, ਗੋਆ ਦੇ ਰੈਸਟੋਰੈਂਟ ਨੇ, ਗੋਆ ਦੀ ਲਾਈਫ ਸਟੈਂਡਰਡ ਹੈ, ਜਾਂ ਲੋਕੀ ਉੱਥੇ ਕਿੱਦਾਂ ਰਹਿੰਦੇ ਨੇ, ਕਿੱਦਾਂ ਉਹ ਖਾਣਾ ਪੀਣਾ ਕਰਦੇ ਨੇ, ਮੈਂ ਨਹੀਂ ਦੇਖਿਆ। ਹੁਣ ਮੈਂ ਉਹਨੂੰ ਕਿੱਦਾਂ ਦਿਮਾਗ ਦੇ ਵਿੱਚ ਬਿਠਾ ਲਊਂਗਾ, ਕਿੱਦਾਂ ਉਹਨੂੰ ਮੈਂ ਯਾਦ ਕਰੂੰਗਾ? ਹਾਂ, ਵਾਹ ਵੇ ਵਾਹ, ਉੱਥੇ ਨਜ਼ਾਰੇ ਸੀ, ਉੱਥੇ ਆ ਸੀ, ਕਿੱਦਾਂ? ਇਹ ਤਾਂ ਇੱਕ ਬੇਵਕੂਫੀ ਹੋ ਗਈ, ਹੈ ਨਾ। ਜਿਸ ਤਰ੍ਹਾਂ ਬਾਣੀ ਵਿੱਚ ਵੀ ਲਿਖਿਆ ਹੈ ਕਿ ਬਿਨ ਦੇਖੇ ਕਿਆ ਸਲਾਹੀਏ, ਅੰਧੇ ਅੰਧ ਕਮਾਈਏ। ਜਿਸ ਤਰ੍ਹਾਂ ਬਿਨਾਂ ਦੇਖੇ ਤੋਂ ਕੋਈ ਬੰਦਾ ਸਲਾਹਣਾ ਕਰਦਾ ਹੋਵੇ ਉਸ ਚੀਜ਼ ਦੀ, ਹੈ ਨਾ, ਉਹ ਤਾਂ ਮੂਰਖ ਹੈ। ਸੋ ਇਸ ਕਰਕੇ ਮੈਂ ਸਿਫਤਾਂ ਕਰ ਲਾ ਪਵਾਂ ਗੋਆ ਦੀਆਂ, ਪਰ ਮੈਂ ਗਿਆ ਹੋਵਾਂ ਹੀ ਨਾ, ਇਹ ਤਾਂ ਇੱਕ ਨਾ ਸਮਝੀ ਹੈ। ਸੋ ਇਸ ਕਰਕੇ ਸੁਮਰਨ ਦਾ ਮਤਲਬ ਹੈ ਯਾਦ ਕਰਨਾ, ਮੈਡੀਟੇਟ ਕਰਨਾ, ਤੇ ਉਹ ਤਦੇ ਹੀ ਕੀਤਾ ਜਾ ਸਕਦਾ ਜਿੰਨਾ ਚਿਰ ਸਾਨੂੰ ਉਸ ਚੀਜ਼ ਬਾਰੇ ਜਾਣਕਾਰੀ ਨਹੀਂ, ਅਸੀਂ ਅੱਖਾਂ ਨਾਲ ਦੇਖੀ ਨਹੀਂ। ਤੇ ਪਰਮਾਤਮਾ ਨੂੰ ਜਾਣੇ ਬਗੈਰ, ਪਰਮਾਤਮਾ ਨੂੰ ਦੇਖੇ ਬਗੈਰ, ਪਰਮਾਤਮਾ ਦੀ ਸਮਝ ਲਏ ਬਗੈਰ ਸਾਡਾ ਜਿਹੜਾ ਸੁਮਰਨ ਹੈ ਉਹ ਵੀ ਹਵਾ ਦੇ ਵਿੱਚ ਹੀ ਹੈ, ਉਹ ਕਿਤੇ ਨਹੀਂ ਪਹੁੰਚਦਾ, ਉਹ ਕਿਤੇ ਨਹੀਂ ਪਹੁੰਚਦਾ। ਇਸ ਕਰਕੇ ਸੁਮਰਨ ਕਰਨ ਤੋਂ ਪਹਿਲਾਂ, ਯਾਦ ਕਰਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ।
ਇਹ ਜਾਣਕਾਰੀ ਪੂਰਨ ਸਤਿਗੁਰ ਤੋਂ ਹੁੰਦੀ ਹੈ, ਜਿਸ ਨੂੰ ਅਸੀਂ ਸਤਿਗੁਰ ਕਹਿੰਦੇ ਹਾਂ। ਸਤਿਗੁਰ ਦੇ ਚਰਨਾਂ 'ਚ ਜਾ ਕੇ ਇਹ ਯੋਧੜੀ, ਇਹ ਬੇਨਤੀ, ਇਹ ਡੰਡੌਤ ਬੰਦਨਾ, ਇਹ ਅਰਦਾਸ ਕਰਨੀ ਪੈਂਦੀ ਕਿ ਸੱਚੇ ਪਾਤਸ਼ਾਹ, ਮੈਂ ਵੀ ਵਿਛੜਿਆ ਹੋਇਆ ਹਾਂ ਇਸ ਅਕਾਲ ਪੁਰਖ ਤੋਂ। ਮੇਰੀ ਰੂਹ ਨੂੰ, ਮੇਰੀ ਆਤਮਾ ਨੂੰ ਇਸ ਪਰਮਾਤਮਾ ਨਾਲ ਮੇਲ ਕੇ, ਮਿਲਾ ਕੇ ਮੈਨੂੰ ਵੀ ਇਸ ਰੱਬੀ ਰੂਪ ਦੇ ਦਰਸ਼ਨ ਕਰਾ ਕੇ ਮੇਰਾ ਵੀ ਜੀਵਨ ਸਫਲ ਕਰ ਦਿਓ। ਤੇ ਜਦੋਂ ਸਤਿਗੁਰ ਦਿਆਲ ਹੋ ਜਾਂਦਾ, ਸਤਿਗੁਰ ਹਰ ਇੱਕ ਤੇ ਦਿਆਲ ਹੈ। ਇਹ ਨਹੀਂ ਵੀ ਕਿਸੇ ਨੂੰ ਇਹ ਬ੍ਰਹਮ ਗਿਆਨ ਨਹੀਂ ਦਿੰਦਾ ਜਾਂ ਕਿਸੇ ਨੂੰ ਇਹ ਰੱਬ ਦੇ ਨਾਲ ਨਹੀਂ, ਜੋ ਹਰ ਇੱਕ ਨੂੰ ਜੋੜਦਾ। ਪਰ ਮਸਲਾ ਇਹ ਆ ਤੁਹਾਡੀ ਅੰਦਰੋਂ ਜੁੜਨ ਦੀ ਭਾਵਨਾ ਕਿਸ ਤਰ੍ਹਾਂ ਦੀ ਹੈ। ਤੁਸੀਂ ਮਤਲਬ ਲਈ ਜੁੜਨਾ ਚਾਹੁੰਦੇ ਆ, ਜਾਂ ਕੋਈ ਦਾਤਾਂ ਲੈਣਾ ਚਾਹੁੰਦੇ ਆ, ਕੋਈ ਕਿਸੇ ਦੇ ਮੁੰਡਾ ਜਾਂ ਕੁੜੀ ਨਹੀਂ ਹੁੰਦਾ, ਕਿਸੇ ਦਾ ਘਰ-ਬਾਰ ਨਹੀਂ ਚੱਲਦਾ, ਕਿਸੇ ਦੇ ਘਰ-ਬਾਰ 'ਚ ਪ੍ਰੋਬਲਮ ਹੈ, ਕਿਸੇ ਦਾ ਬਿਜ਼ਨਸ ਕੰਮਕਾਰ ਨਹੀਂ ਠੀਕ, ਕੋਈ ਬਾਹਰ ਨਹੀਂ ਜਾ ਰਿਹਾ, ਕੋਈ ਬਾਹਰੋਂ ਇੱਧਰ ਨਹੀਂ ਆ ਰਿਹਾ, ਕੋਈ ਮਕਾਨ ਵਗੈਰਾ ਬਣਾ ਰਿਹਾ ਉਹ ਨਹੀਂ ਬਣ ਰਿਹਾ, ਪੈਸੇ ਧੇਲੇ ਇੱਦਾਂ ਦੀਆਂ ਕਰਾਮਾਤਾਂ ਜੇ ਤੁਸੀਂ ਚਾਹੁੰਦੇ ਆ ਤਾਂ ਸਤਿਗੁਰ ਬੇਸ਼ੱਕ ਤੁਹਾਨੂੰ ਪਰਮਾਤਮਾ ਨਾਲ ਜੋੜ ਵੀ ਦੇ। ਤੁਹਾਡੇ ਉਹ ਪਰਮਾਤਮਾ ਨੇ ਕਰਨਾ ਹੀ ਕਰਨਾ, ਕਿਉਂਕਿ ਤੁਹਾਡਾ ਘਰ ਜਿਹੜਾ ਹੈ, ਤੁਹਾਡਾ ਮਨ, ਜਿਹੜੀ ਸੋਚ ਹੈ, ਉਹ ਪਹਿਲਾਂ ਹੀ ਗੰਦਮੰਦ ਨਾਲ ਭਰੀ ਹੋਈ ਹੈ। ਸਤਿਗੁਰ ਦੇ ਕੋਲ ਜਾਣ ਦੇ ਲਈ ਪੂਰਨ ਸਾਨੂੰ ਵਿਸ਼ਵਾਸ ਇਹ ਹੋਣਾ ਚਾਹੀਦਾ ਕਿ ਬਸ ਮੈਂ ਪਰਮਾਤਮਾ ਨੂੰ ਮਿਲਣਾ, ਮੇਰਾ ਮੁੱਦਾ ਹੀ ਪਰਮਾਤਮਾ ਨੂੰ ਮਿਲਣ ਦਾ ਹੈ। ਮੈਂ ਜੰਮਿਆ ਹੀ ਤਾਂ ਮੈਂ ਪਰਮਾਤਮਾ ਨੂੰ ਮਿਲਣ ਦੇ ਲਈ। ਜਦੋਂ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਇਸ ਬ੍ਰਹਮ ਦਾ ਬੋਧ, ਬ੍ਰਹਮ ਦੀ ਜਾਣਕਾਰੀ ਦਿੰਦੇ ਨੇ, ਫਿਰ ਅਸੀਂ ਹੂਬ ਇਹਨਾਂ ਅੱਖਾਂ ਦੇ ਨਾਲ ਇਸ ਅਕਾਲ ਪੁਰਖ ਦੇ ਦਰਸ਼ਨ ਕਰਦੇ ਹਾਂ। ਦਰਸ਼ਨ ਕਰਨ ਤੋਂ ਬਾਅਦ ਜਿਹੜਾ ਸਿਮਰਨ ਹੈ ਉਹ ਕੀਤਾ ਜਾਂਦਾ, ਫੇਰ ਯਾਦ ਕੀਤਾ ਜਾਂਦਾ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਆਪ ਜੀ ਨਾਲ ਇਹ ਬਾਣੀ ਦਾ ਸ਼ਲੋਕ ਸਾਂਝਾ ਕੀਤਾ ਕਿ ਬਿਨ ਦੇਖੇ ਕਿਆ ਸਲਾਈਏ, ਅੰਧੇ ਅੰਧ ਕਮਾਈਏ। ਕਿ ਬਿਨਾਂ ਦੇਖੇ ਤੋਂ, ਬਿਨਾਂ ਜਾਣਕਾਰੀ ਤੋਂ, ਬਿਨਾਂ ਪਰਮਾਤਮਾ ਦੀ ਬੋਧ ਤੋਂ ਮੈਂ ਇਹਦੀ ਉਪਮਾ ਕਰੀ ਜਾਵਾਂ, ਸ਼ਲਾਘਾ ਕਰੀ ਜਾਵਾਂ, ਇਹ ਪ੍ਰਵਾਨ ਨਹੀਂ ਹੈ। ਸੋ ਇਸ ਕਰਕੇ ਸਿਮਰਨ, ਯਾਦ ਕਰਨਾ, ਰਿਮੈਂਬਰ ਕਰਨਾ ਜਾਂ ਮੈਡੀਟੇਟ ਕਰਨਾ ਕਿਸੇ ਚੀਜ਼ ਨੂੰ, ਉਹਨਾਂ ਚਿਰ ਬਿਲਕੁਲ 101% ਪ੍ਰਵਾਨ ਨਹੀਂ ਜਿੰਨਾ ਚਿਰ ਤੁਸੀਂ ਉਸ ਚੀਜ਼ ਦੇ ਬਾਰੇ ਜਾਂ ਉਸ ਆਬਜੈਕਟ ਦੇ ਬਾਰੇ ਜਾਂ ਉਸ ਜਿਹੜਾ ਕ੍ਰੀਏਟਰ ਹੈ ਉਸ ਦੇ ਬਾਰੇ ਜਾਣਦੇ ਨਹੀਂ। ਸੋ ਆਓ, ਸਿਮਰਨ ਦਾ ਮਤਲਬ ਇਹ ਹੈ ਪਹਿਲਾਂ ਜਾਣਕਾਰੀ ਲਈਏ, ਫਿਰ ਇਸ ਨੂੰ ਯਾਦ ਕਰੀਏ। ਫਿਰ ਜਦੋਂ ਅਸੀਂ ਯਾਦ ਵੀ ਕਰਾਂਗੇ ਤਾਂ ਫਿਰ ਵੀ ਰਟਣਾ ਨਹੀਂ ਹੋਣਾ। ਜੇ ਹੁਣ ਮੈਂ ਗੋਆ ਗਿਆ ਹੀ ਨਹੀਂ, ਜਦੋਂ ਮੈਂ ਗੋਆ ਜਾਇਆਉਂਗਾ, ਗੋਆ ਜਾਣ ਤੋਂ ਬਾਅਦ ਜਦੋਂ ਕਦੀ ਵੀ ਗੋਆ ਦੀ ਗੱਲ ਹੋਣੀ, ਇੱਕਦਮ ਕਲਿੱਕ ਹੋਣਾ ਮੇਰੇ ਮਾਈਂਡ ਦੇ ਵਿੱਚ, ਵਾਹ ਵਾਹ ਉੱਥੇ ਕਿਆ ਨਜ਼ਾਰੇ ਸੀ, ਉੱਥੇ ਇੱਦਾਂ ਸੀ, ਉੱਥੇ ਇੱਦਾਂ ਸੀ, ਉੱਥੇ ਆਹ ਖਾਣਾ ਪੀਣਾ, ਉੱਥੇ ਦਾ ਰਹਿਣ ਸਹਿਣ ਹੈ, ਇੱਕਦਮ ਕਲਿੱਕ ਹੋ ਜਾਏਗਾ। ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਹੋਣੀ, ਕਿਉਂਕਿ ਗੋਆ ਫਿਰ ਮੇਰੇ ਜ਼ਹਿਨ ਦੇ ਵਿੱਚ, ਮੇਰੇ ਪੂਰੇ ਦਿਮਾਗ ਦੇ ਵਿੱਚ ਵੜ ਗਿਆ ਹੋਣਾ ਉਸ ਟਾਈਮ 'ਤੇ, ਜਦੋਂ ਮੈਂ ਜਾਇਆ ਹੋਣਾ ਉੱਥੇ। ਇਸ ਕਰਕੇ ਜਦੋਂ ਮੈਂ ਗਿਆ ਹੀ ਨਹੀਂ, ਫਿਰ ਮੈਂ ਇਮੈਜੀਨੇਸ਼ਨਸ ਕਰਦਾ ਵੀ ਗੋਆ ਇੱਦਾਂ ਦਾ ਹੋਏਗਾ, ਇੱਦਾਂ ਦਾ ਨਹੀਂ ਹੋਏਗਾ, ਗੰਦਾ ਹੋਏਗਾ, ਸਾਫ਼ ਸੁਥਰਾ ਹੋਏਗਾ, ਉੱਥੇ ਕੀ ਹੋਏਗਾ, ਕੀ ਨਹੀਂ ਹੋਏਗਾ। ਇਹ ਮੇਰੀ ਇਮੈਜੀਨੇਸ਼ਨਸ ਹੈ। ਜਿੱਦਾਂ ਅਸੀਂ ਰੱਬ ਦੇ ਬਾਰੇ ਇਮੈਜੀਨੇਸ਼ਨਸ ਕਰਦੇ ਹਾਂ ਕਿ ਰੱਬ ਇੱਦਾਂ ਦਾ ਹੋਏਗਾ, ਇੱਦਾਂ ਦਾ ਨਹੀਂ ਹੋਏਗਾ, ਇਹ ਰੱਬ ਬੰਦਾ ਹੋਏਗਾ, ਬੁੜੀ ਹੋਏਗਾ, ਨਰ ਹੋਏਗਾ, ਮਾਦਾ ਹੋਏਗਾ, ਬੱਚਾ ਹੋਏਗਾ, ਬੁੜਾ, ਇਹਦਾ ਇਮੈਜੀਨੇਸ਼ਨਸ ਨੇ। ਰੱਬ ਕੋਈ ਵੀ ਸਰੀਰ ਨਹੀਂ, ਰੱਬ ਕ੍ਰੀਏਟਰ ਹੈ। ਰੱਬ ਇੱਕ ਜਿੱਦਾਂ ਕਹਿ ਲਈਏ ਬਈ ਇੱਕ ਪ੍ਰਕਿਰਤੀ ਹੈ, ਇੱਕ ਕਾਦਰ ਹੈ, ਇੱਕ ਕੁਦਰਤ ਹੈ। ਰੱਬ ਸਰੀਰ ਨਹੀਂ ਹੈ। ਬਸ ਰੱਬ ਹਰ ਪੱਤੇ ਪੱਤੇ ਵਿੱਚ, ਕਣ ਕਣ ਵਿੱਚ, ਹਰ ਕੁਦਰਤ ਦੇ ਇਸ ਨਿਯਮ ਦੇ ਵਿੱਚ ਮੌਜੂਦ ਹੈ। ਅਸੀਂ ਮੰਨਦੇ ਹਾਂ ਵੀ ਪਰਮਾਤਮਾ ਪੱਤੇ ਪੱਤੇ ਕੁਦਰਤ ਦੇ ਵਿੱਚ, ਹਰ ਦਰਖਤ ਦੇ ਵਿੱਚ, ਹਰ ਜੀਵ ਜੰਤੂ ਵਿੱਚ, ਹਰ ਟੇਬਲ ਆ, ਕੁਰਸੀ ਆ, ਪਿੱਛੇ ਆਹ ornaments ਪਏ ਨੇ, ਇਹਨਾਂ ਵਿੱਚ ਹਰ ਚੀਜ਼ ਦੇ ਵਿੱਚ ਪਰਮਾਤਮਾ ਹੈ। ਪਰ ਜਿਹੜਾ ਇਹਨਾਂ ਦੇ ਵਿੱਚ ਹੈ, ਸਤਿਗੁਰ ਉਸ ਦੀ ਜਾਣਕਾਰੀ ਦਿੰਦਾ ਹੈ। ਤੂੰ ਮੰਨਦਾ ਤਾਂ ਹੈ ਇਸ ਪਰਮਾਤਮਾ ਹੈ ਸਾਰੇ ਪਾਸੇ, ਚਲੋ ਮੰਨ ਲਿਆ, ਪਰ ਜਿਹੜਾ ਪਰਮਾਤਮਾ ਇਹਦੇ ਵਿੱਚ ਹੈ ਉਹ ਤੈਨੂੰ ਮੈਂ ਦੱਸਦਾ ਕਿਹੜਾ ਹੈ ਪਰਮਾਤਮਾ। ਇਹ ਪੂਰਨ ਸਤਿਗੁਰੂ ਤੋਂ ਮਿਲਦਾ ਹੈ। ਤੇ ਇਸ ਵੇਲੇ ਪੂਰਨ ਸਤਿਗੁਰੂ ਦਾ ਨਾਂ, ਪੂਰਨ ਸਤਿਗੁਰੂ ਦੀ ਜਿਹੜੀ ਇਮੇਜ ਹੈ ਉਹ ਸਤਿਗੁਰ ਮਾਤਾ ਸੁਦੀਕਸ਼ਾ ਜੀ, ਜੋ ਇਸ ਨਿਰੰਕਾਰੀ ਮਿਸ਼ਨ ਦੇ ਮੋਢੀ ਨੇ, ਜੋ ਰੋਲ ਮਾਡਲ ਨੇ, ਉਹਨਾਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ। ਅੱਜ ਵੀ ਦੁਨੀਆ ਤੇ ਪੂਰਨ ਸਤਿਗੁਰੂ ਹੈ। ਸਤਿਗੁਰ ਸਿਰਫ ਸਾਡੇ ਵਾਂਗੂ, ਸਤਿਗੁਰ ਦੇ ਕੋਲ ਹੋਰ ਕੁਝ ਵੀ ਨਹੀਂ ਹੁੰਦਾ। ਸਤਿਗੁਰ ਕਦੀ ਕੋਈ ਕਰਾਮਾਤਾਂ ਨਹੀਂ ਕਰਦਾ,
ਕਦੀ ਕੋਈ ਇਦਾਂ ਹਵਾ 'ਚ ਇਦਾਂ ਮਹਿਲ ਨਹੀਂ ਬਣਾ ਦਿੰਦਾ ਵੀ ਮੈਂ ਐ ਹੱਥ ਘੁਮਾਊਂਗਾ ਐ ਹੋ ਜਾਊਗਾ, ਐ ਘੁਮਾਊਂਗਾ ਐ ਹੋ ਜਾਊਗਾ, ਮੈਂ ਇਦਾਂ ਹੱਥ 'ਚ ਸਿੱਧਾ ਟੇਢਾ ਕਰੂੰਗਾ, ਤੇਰੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ, ਤੇਰੀ ਸ਼ਕਤੀ ਜੀ ਨਿਕਲੂਗੀ, ਤੇਰੇ ਲਾਈਟ ਜੀ ਆਊਗੀ। ਇਦਾਂ ਦੇ ਕੋਈ ਕਰਾਮਾਤਾਂ ਨਹੀਂ ਕਰਦਾ। ਤੁਸੀਂ ਸਿੱਖੀਜ਼ਮ ਦੇ ਵਿੱਚ ਦੇਖੋ, ਕਿਸੇ ਵੀ ਸਤਿਗੁਰ ਨੇ ਕੋਈ ਕਰਾਮਾਤ ਨਹੀਂ ਕੀਤੀ। ਉਹਨਾਂ ਨੇ ਹਮੇਸ਼ਾ ਸਾਨੂੰ ਇਹ ਦੱਸਿਆ ਕਿ ਪਰਮਾਤਮਾ ਤੇ ਵਿਸ਼ਵਾਸ ਕਰੋ ਬਸ। ਮੈਂ ਦੁਨੀਆ ਤੇ ਆਇਆ, ਇਹ ਕਹਿ ਰਹੇ ਨੇ ਸਤਿਗੁਰ ਕਹਿ ਰਹੇ ਨੇ ਕਿ ਮੈਂ ਦੁਨੀਆ ਤੇ ਆਇਆ ਸਿਰਫ ਤੁਹਾਨੂੰ ਇਹ ਦੱਸਣ ਦੇ ਲਈ ਕਿ ਪਰਮਾਤਮਾ ਕਿੱਥੇ ਹੈ ਬਸ। ਤੁਸੀਂ ਮੇਰੇ ਨਾਲ ਨਹੀਂ ਜੁੜਨਾ। ਕੋਈ ਵੀ ਪੂਰਨ ਸਤਿਗੁਰ ਜਦੋਂ ਬ੍ਰਹਮ ਦਾ ਗਿਆਨ ਦਿੰਦਾ, ਉਹ ਇਹ ਨਾਲ ਕਹਿੰਦਾ ਕਿ ਤੁਸੀਂ ਮੈਨੂੰ ਨਹੀਂ ਰੱਬ ਮੰਨਣਾ, ਮੈਂ ਜੋ ਤੁਹਾਨੂੰ ਰੱਬ ਦੱਸ ਰਿਹਾ ਆ ਇਸ ਤੇ ਵਿਸ਼ਵਾਸ ਕਰਨਾ ਬਸ, ਹੋਰ ਕੋਈ ਗੱਲ ਨਹੀਂ। ਹਰ ਸਤਿਗੁਰ ਨੇ, ਚਾਹੇ ਉਹ 10 ਪਾਤਸ਼ਾਹੀਆਂ ਸਨ, ਚਾਹੇ ਉਹ ਕ੍ਰਿਸ਼ਨ ਮਹਾਰਾਜ ਜੀ ਸਨ, ਜਾਂ ਨਿਰੰਕਾਰੀ ਮਿਸ਼ਨ ਦੇ ਜਿੰਨੇ ਵੀ ਸਤਿਗੁਰ ਹੋਏ ਨੇ ਉਹ ਸਨ, ਉਹਨਾਂ ਨੇ ਕਿਸੇ ਨੇ ਵੀ ਆਪਣੇ ਆਪ ਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਗੁਰੂ ਹੁੰਦੇ ਹਾਂ ਜਾਂ ਅਸੀਂ ਸਤਿਗੁਰ ਹੁੰਦੇ ਹਾਂ। ਸਤਿਗੁਰ ਤਾਂ ਅਸੀਂ ਜਿਹੜੇ ਭਗਤ ਲੋਕ ਇਹ ਦਰਜਾ ਦਿੰਦੇ ਹਾਂ ਕਿ ਤੁਸੀਂ ਸਾਨੂੰ ਸੱਤ ਦਾ ਗਿਆਨ ਦਿੱਤਾ, ਸੱਤ ਦੀ ਜਾਣਕਾਰੀ ਦਿੱਤੀ। ਜਿਹੜਾ ਸੱਤ ਦੀ ਜਾਣਕਾਰੀ ਦੇਵੇ ਉਹ ਸਤਿਗੁਰ ਹੁੰਦਾ। ਤੇ ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਦਾਸ ਹੀ ਕਿਹਾ ਕਿ ਅਸੀਂ ਦਾਸ ਹਾਂ। ਨਾਨਕ ਦਾਸ ਸਦਾ ਕੁਰਬਾਨੀ। ਕਿਉਂਕਿ ਜਿੰਨੇ ਵੀ ਮਹਾਰਾਜ ਦੇ ਸ਼ਲੋਕ ਅਸੀਂ ਪੜ੍ਹ ਲਈਏ ਬਾਬਾ ਨਾਨਕ ਜੀ ਦੇ ਜਾਂ 10 ਪਾਤਸ਼ਾਹੀਆਂ ਦੇ, ਉਹਨਾਂ ਨੇ ਆਪਣੇ ਆਪ ਨੂੰ ਦਾਸ ਹੀ ਕਿਹਾ ਹਰ ਇੱਕ ਨੇ। ਸੋ ਇਸ ਕਰਕੇ ਸਿਮਰਨ ਦਾ ਫਾਇਦਾ ਤਦ ਹੀ ਹੈ ਜੇ ਅਸੀਂ ਜਿਸ ਬਾਰੇ ਸਿਮਰਨ ਕਰ ਰਹੇ ਹਾਂ, ਜਿਸ ਚੀਜ਼ ਬਾਰੇ ਕਰ ਰਹੇ ਹਾਂ, ਉਸ ਨੂੰ ਪਹਿਲਾਂ ਦੇਖ ਲਈਏ, ਸਮਝ ਲਈਏ, ਪੜਤਾਲ ਕਰ ਲਈਏ, ਫਿਰ ਉਹ ਸਿਮਰਨ ਜਿਹੜਾ ਹੈ ਤੁਹਾਡਾ ਪ੍ਰਵਾਨ ਹੈ। ਅਦਰਵਾਈਜ਼ ਸਭ ਹਵਾ 'ਚ ਤੀਰ ਨੇ। ਤੇ ਤੀਸਰੀ ਗੱਲ, ਸਤਸੰਗ। ਸਤਸੰਗ ਦਾ ਮਤਲਬ ਦੱਸਣ ਤੋਂ ਪਹਿਲਾਂ ਦਾਸ ਆਪ ਜੀ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰੇ। ਕਈ ਦਫਾ ਅਸੀਂ ਕੋਈ ਸਤਸੰਗ ਰੱਖਦੇ ਹਾਂ ਤੇ ਸਤਸੰਗ ਦੀ ਪਰਿਭਾਸ਼ਾ ਮੈਂ ਬਾਅਦ 'ਚ ਦਿੰਦਾ, ਪਹਿਲਾਂ ਇਹ ਗੱਲ ਜ਼ਰੂਰੀ ਸਾਂਝ ਪਾਉਣੀ, ਕਿਉਂਕਿ ਕਈ ਦਫਾ ਅਸੀਂ ਘਰਾਂ ਦੇ ਵਿੱਚ ਇਨਵੀਟੇਸ਼ਨ ਦੇਣ ਜਾਂਦੇ ਹਾਂ ਕਿ ਭੈਣ ਜੀ, ਭਾਈ ਸਾਹਿਬ ਜੀ, ਬਜ਼ੁਰਗੋ, ਮਾਤਾਓ, ਬੱਚਿਓ, ਅਸੀਂ ਅੱਜ ਸਤਸੰਗ ਰੱਖਿਆ ਘਰ, ਤੁਸੀਂ ਜ਼ਰੂਰ ਆਇਓ। ਤੇ ਮੇਰੇ ਨਾਲ ਹੈਪਨ ਹੋ ਚੁੱਕਾ, ਤਾਂ ਮੈਂ ਆਪ ਜੀ ਦੇ ਨਾਲ ਸਾਂਝ ਪਾਉਣਾ। ਜਦੋਂ ਮੈਂ ਸੁਨੇਹੇ ਦੇਣ ਗਿਆ ਕਈ ਵਾਰੀ, ਤਾਂ ਉੱਥੇ ਜਿਹੜੇ ਘਰ ਦੇ ਬੰਦੇ ਨੇ, ਬੁੜੀਆਂ ਨਹੀਂ ਬੰਦੇ, ਉਹ ਕੀ ਕਹਿੰਦੇ ਨੇ ਮੋਰਿਓ ਹਾਸੇ ਦੇ ਵਿੱਚ, ਬੁੜੀਆਂ ਨੂੰ ਲੈ ਜਾਈਂ, ਬੁੜੀਆਂ ਹੀ ਸਤਸੰਗ 'ਤੇ ਜਾਂਦੀਆਂ ਹੁੰਦੀਆਂ, ਬੰਦੇ ਕੱਟੇ ਹੀ ਜਾਂਦੇ ਆ। ਸੋ ਦੇਖੋ, ਇੰਨਾ ਲੋਕਾਂ ਦਾ ਦਿਮਾਗ ਖਰਾਬ ਹੋ ਚੁੱਕਾ, ਉਹ ਸਤਸੰਗ ਨੂੰ ਇਹ ਸਮਝਦੇ ਨੇ ਕਿ ਸਤਸੰਗ ਸਿਰਫ ਬੁੜੀਆਂ ਦੇ ਲਈ ਹੈ, ਬੰਦਿਆਂ ਦੇ ਲਈ ਨਹੀਂ ਹੈ। ਕਿਉਂਕਿ ਉਹ ਤਾਂ ਕਹਿੰਦੇ ਨੇ ਕਿ ਉਹਨਾਂ ਦਾ ਕਸੂਰ ਨਹੀਂ, ਉਹਨਾਂ ਦੀ ਸੋਚ ਦਾ ਕਸੂਰ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸਤਸੰਗ ਦਾ ਮਤਲਬ ਕੀ ਹੈ। ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਤਸੰਗ ਦੀ ਡਿਫਾਈਨ ਭਾਸ਼ਾ ਕੀ ਹੈ, ਇਸ ਨੂੰ ਕਿਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ। ਸਤ ਮੈਨੇ ਹੁੰਦਾ ਪਰਮਾਤਮਾ, ਜਿਹੜਾ ਸਤ ਹੈ, ਆਦਿ ਸੱਚ, ਜੁਗਾਦ ਸੱਚ, ਨਾਨਕ ਹੋਸੀ ਵੀ ਸੱਚ। ਸਤ ਦਾ ਮਤਲਬ ਜਿਹੜਾ ਪਰਮਾਤਮਾ, ਜਿਸ ਨੂੰ ਸੰਬੋਧਿਤ ਇਹ ਕੀਤਾ ਗਿਆ ਕਿ ਤੂੰ ਸਤ ਹੈ, ਤੂੰ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਰਹੇਗਾ ਵੀ। ਸੰਗ ਦਾ ਮਤਲਬ ਕੀ ਹੁੰਦਾ? ਜਦੋਂ ਅਸੀਂ ਸਤ ਦਾ, ਪਰਮਾਤਮਾ ਦਾ ਸੰਗ ਕਰਦੇ ਹਾਂ, ਪਰਮਾਤਮਾ ਦੇ ਬੰਦਿਆਂ ਦਾ ਸੰਗ ਕਰਦੇ ਹਾਂ। ਉਹਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਬੁੜੀਆਂ ਹੋਣ, ਇਹ ਜ਼ਰੂਰੀ ਨਹੀਂ ਕਿ ਬੰਦੇ ਹੀ ਹੋਣ, ਜਾਂ ਜ਼ਰੂਰੀ ਨਹੀਂ ਕਿ ਬੱਚੇ ਹੀ ਬੈਠੇ ਹੋਣ, ਨਹੀਂ, ਕੋਈ ਵੀ ਬੈਠਾ ਹੋਵੇ। ਜਦੋਂ ਅਸੀਂ ਸਤ ਦਾ ਸੰਗ ਕਰਦੇ ਹਾਂ, ਰਲ ਮਿਲ ਕਰਕੇ ਸਤ ਦੀਆਂ ਗੱਲਾਂ ਕਰਦੇ ਹਾਂ, ਸਤ ਤੇ ਵਿਸ਼ਵਾਸੀ ਜਿਹੜੇ ਮਹਾਂਪੁਰਸ਼ ਨੇ, ਜਿਹੜੇ ਲੋਕ ਨੇ, ਉਹਨਾਂ ਦੀਆਂ ਵਿਚਾਰਾਂ ਸੁਣਦੇ ਹਾਂ, ਸਾਡਾ ਵਿਸ਼ਵਾਸ ਪੱਕਾ ਹੁੰਦਾ ਇਹ ਸਤ ਤੇ, ਪਰਮਾਤਮਾ ਤੇ। ਤੇ ਜਦੋਂ ਅਸੀਂ ਕਿਸੇ ਨੂੰ ਇਹ ਕਹਿੰਦੇ ਹਾਂ ਵੀ ਆਓ ਸਤਸੰਗ ਹੈ, ਤਾਂ ਕਈ ਲੋਕ ਇਹ ਸਮਝਦੇ ਨੇ ਕਿ ਸਤਸੰਗ ਸਿਰਫ ਉੱਦਾਂ ਹੀ ਬਸ ਇਹਨਾਂ ਨੇ ਗਾਉਣਾ ਹੀ ਹੈ, ਜਾਂ ਉੱਦਾਂ ਹੀ ਐਵੇਂ ਡਰਾਮੇ ਜਿਹੇ ਕਰਨੇ ਹਨ। ਨਹੀਂ, ਸਤਸੰਗ ਦਾ ਮਤਲਬ ਹੈ ਜਦੋਂ ਅਸੀਂ ਸੰਗ ਕਰਦੇ ਹਾਂ ਸਤ ਦਾ, ਜਦੋਂ ਅਸੀਂ ਰਲ ਮਿਲ ਬੈਠ ਕੇ ਇਸ ਪਰਮਾਤਮਾ ਦੀਆਂ ਗੱਲਾਂ ਕਰਦੇ ਹਾਂ, ਸ਼ਲਾਘਾ ਕਰਦੇ ਹਾਂ, ਉਪਮਾ ਕਰਦੇ ਹਾਂ, ਇਸ ਨੂੰ ਪਲੋਸਦੇ ਹਾਂ, ਇਸ ਦਾ ਥੈਂਕ ਯੂ ਕਰਦੇ ਹਾਂ, ਐਪਰੀਸ਼ੀਏਟ ਕਰਦੇ ਹਾਂ, ਤੇ ਬੜਾ ਹੀ ਨਜ਼ਾਰਾ ਆਉਂਦਾ। ਤੇ ਇਹੀ ਤਾਂ ਗੁਰੂ ਘਰਾਂ ਵਿੱਚ ਵੀ ਹੁੰਦਾ, ਉੱਥੇ ਵੀ ਤਾਂ ਸਤ ਦਾ ਸੰਗ ਹੁੰਦਾ, ਉਹ ਵੀ ਸਤਸੰਗ ਹੈ। ਉੱਥੇ ਕਈ ਦਫਾ ਸਤਸੰਗ ਦਾ ਨਾਂ ਨਹੀਂ ਲਿਆ ਜਾਂਦਾ। ਲੋਕੀ ਇਹ ਸੋਚਦੇ ਵੀ ਸਤਸੰਗ ਜਿਹੜਾ ਹੋ ਗਿਆ ਉਹ ਰਾਧਾ ਸੁਆਮੀਆਂ ਦਾ ਹੋ ਗਿਆ, ਉਹ ਨਿਰੰਕਾਰੀਆਂ ਦਾ ਹੋ ਗਿਆ, ਉਹ ਸਤਸੰਗ ਕਿਸੇ ਡੇਰੇ ਵਾਲਿਆਂ ਦਾ ਹੋ ਗਿਆ। ਨਹੀਂ, ਅਸੀਂ ਇਹਨਾਂ ਸਭ ਨੂੰ ਛੱਡੀਏ, ਪਹਿਲਾਂ ਸਤਸੰਗ ਦਾ ਮਤਲਬ ਸਮਝੀਏ ਕਿ ਸਤਸੰਗ ਦਾ ਮਤਲਬ ਕੀ ਹੈ। ਸਤਸੰਗ ਦਾ ਮਤਲਬ ਹੈ, ਵੀਰ ਮੇਰਿਓ, ਸਤ ਤੇ ਸੰਗ। ਸਤ ਦਾ ਸੰਗ ਜਦੋਂ ਕਰਦੇ ਹਾਂ, ਉਸ ਨੂੰ ਸਤਸੰਗ ਕਹਿੰਦੇ ਨੇ। ਠੀਕ ਹੈ ਜੀ। ਤੇ ਆਓ
ਸਤਸੰਗ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਹੁਣ ਵੀ ਆਪਾਂ ਸਤਸੰਗ ਹੀ ਕਰ ਰਹੇ ਹਾਂ, ਸਤਸੰਗ ਹੀ ਕਰ ਰਹੇ ਹਾਂ, ਕੋਈ ਸੱਤ ਦੀਆਂ ਗੱਲਾਂ ਕਰ ਰਹੇ ਹਾਂ। ਮੈਂ ਆਪਣੇ ਘਰ 'ਚ ਬੈਠਾ, ਮੈਂ ਚੇਅਰ ਤੇ ਬੈਠਾ ਇਸ ਵੇਲੇ, ਕੋਈ ਇੱਥੇ ਕੋਈ ਇੱਦਾਂ ਦੀ ਧਾਰਮਿਕ ਬੁੱਕ ਨਹੀਂ ਹੈਗੀ ਜਿਸ ਦੇ ਬਾਰੇ ਆਪਾਂ ਗੱਲ ਵਿਚਾਰ ਵਟਾਂਦਰਾ ਕਰਦੇ ਹਾਂ। ਸਿਰਫ ਆਪਾਂ ਪਰਮਾਤਮਾ ਦੀਆਂ ਸਿਫਤਾਂ ਕਰ ਰਹੇ ਹਾਂ ਕਿ ਪਰਮਾਤਮਾ ਬੜਾ ਬੇਅੰਤ ਹੈ, ਪਰਮਾਤਮਾ ਬਿਨ ਮੰਗੇ ਹੀ ਸਾਰਾ ਕੁਝ ਸਭ ਨੂੰ ਦਿੰਦਾ। ਜਦੋਂ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੋਣੀ ਹੈ ਇਹਨੇ ਆਪਣੇ ਆਪ ਦੇ ਹੀ ਜਾਣਾ। ਇੱਕ ਦਫਾ ਮੈਂ ਇੱਕ ਗੀਤ ਲਿਖਿਆ ਸੀਗਾ, ਉਸ ਦੀਆਂ ਆਖਰੀ ਲਾਈਨਾਂ ਦੇ ਵਿੱਚ ਇੱਕ ਲਾਈਨ ਮੈਨੂੰ ਯਾਦ ਆ ਰਹੀ ਹੈ ਕਿ ਜਾਨ ਸਖਾਲੀ ਹੋ ਗਈ ਏ ਜਦੋਂ ਦਾ ਤੈਨੂੰ ਪਾ ਲਿਆ, ਮੈਂ ਮੇਰੀ ਵਿੱਚ ਤੂੰ ਆ ਗਈ ਏ ਕੀਤਾ ਕੌਲ ਪੁਗਾ ਲਿਆ। ਕੌਲ ਦਾ ਮਤਲਬ ਵਾਦਾ, ਪ੍ਰੋਮਿਸ। ਕੌਲ ਕਿਹੜਾ ਸੀ? ਜਦੋਂ ਅਸੀਂ ਜੰਮਣ ਤੋਂ ਪਹਿਲਾਂ ਪਰਮਾਤਮਾ ਨਾਲ ਇਹ ਕੀਤਾ ਸੀ ਕਿ ਅਸੀਂ ਸੱਚਾ ਪਾਤਸ਼ਾਹ ਸਾਨੂੰ ਇਸ ਗਰਭ ਦੇ ਵਿੱਚੋਂ ਪੁੱਠੇ ਲਟਕੇ ਸਾਂ, ਦੱਸਦੇ ਨੇ ਮਹਾਂਪੁਰਸ਼। ਆਪਾਂ ਕਈ ਦਫਾ ਸਕੈਨ ਕਰਾਉਣ ਵੀ ਜਾਂਦੇ ਹਾਂ, ਆਪਣੀਆਂ ਪਰਿਵਾਰ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਸਕੈਨ ਕਰਾਉਣ ਜਾਂਦੀਆਂ ਨੇ, ਤਾਂ ਸਕੈਨ ਵਿੱਚ ਦੇਖਦੇ ਨੇ ਕਿ ਬੱਚਾ ਜਿਹੜਾ ਹੈ ਪੁੱਠਾ ਲਟਕਿਆ ਹੁੰਦਾ ਵਿੱਚ। ਮੈਂ ਪੁੱਠਾ ਲਟਕਿਆ ਹਾਂ, ਮੈਂ ਤੇਰੇ ਨਾਲ ਵਾਅਦਾ ਕਰਦਾ ਮੈਨੂੰ ਇੱਥੋਂ ਬਾਹਰ ਕੱਢ, ਮੈਨੂੰ ਬਾਹਰ ਕੱਢ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ। ਉਹ ਕਿੰਨਾ ਗੰਦ ਮੂਤ ਉਹਦੇ ਵਿੱਚ ਕਰਦਾ, ਮਾਂ ਦੇ ਗਰਭ ਦੇ ਵਿੱਚ, ਉਹਦੇ ਵਿੱਚ ਹੀ ਸਾਹ ਲੈਂਦਾ, ਉਹ ਪੁੱਠਾ ਲਟਕਿਆ ਹੁੰਦਾ। ਆਪਣਾ ਜੋ ਪਿਸ਼ਾਬ, ਜੋ ਵਿਸ਼ਟਾ, ਜੋ ਕੁਛ ਵੀ ਉਹ ਆਪਣਾ ਵੇਸਟ ਹੈ ਉਹਦੇ ਵਿੱਚ ਕੱਢਦਾ, ਉਹਦੇ ਵਿੱਚ ਹੀ ਉਹ ਰਹਿ ਰਿਹਾ ਤੇ ਵਾਅਦਾ ਕਰਦਾ, ਕੌਲ ਕਰਦਾ ਪਰਮਾਤਮਾ ਨਾਲ ਕਿ ਮੈਨੂੰ ਕੱਢ ਦੇ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ। ਇਸ ਕਰਕੇ ਮੈਂ ਲਿਖਿਆ ਸੀ, ਜਾਨ ਸਖਾਲੀ ਹੋ ਗਈ ਏ ਜਦੋਂ ਦਾ ਤੈਨੂੰ ਪਾ ਲਿਆ, ਮੈਂ ਮੇਰੀ ਵਿੱਚ ਤੂੰ ਆ ਗਈ ਏ ਕੀਤਾ ਕੌਲ ਪੁਗਾ ਲਿਆ। ਤੇ ਆਓ ਸਤਸੰਗ ਗੁਰਮੁਖ ਪਿਆਰਿਓ, ਜਿਹੜਾ ਸਤਸੰਗ ਹੈ ਇਹ ਵੀ ਤਦੇ ਹੀ ਪ੍ਰਵਾਨ ਹੈ ਜੇ ਸਾਡੇ ਕੋਲ ਸੱਤ ਹੋਏਗਾ। ਜੇ ਅਸੀਂ ਬੈਠ ਕੇ ਆਪਾਂ ਗੱਲਾਂ ਰੱਬ ਦੀਆਂ ਕਰੀਏ ਪਰ ਰੱਬ ਨੂੰ ਨਾ ਜਾਣਦੇ ਹੋਈਏ, ਉਹ ਵੀ ਪ੍ਰਵਾਨ ਨਹੀਂ ਹੈ। ਜੇ ਆਪਾਂ ਸਾਰੇ ਜਾਣੇ ਬੈਠ ਕੇ ਇਹਦੇ ਵਿੱਚ 10 15 20 ਬੰਦੇ ਬੈਠੇ ਹੋਣ, ਕੋਈ ਗੋਆ ਨਾ ਗਿਆ ਹੋਵੇ, ਉਹਨਾਂ ਵਿੱਚ ਕੋਈ ਅਮਰੀਕਾ ਨਾ ਗਿਆ ਹੋਵੇ, ਤੇ ਆਪਾਂ ਅਮਰੀਕਾ ਦੀਆਂ ਗੱਲਾਂ ਕਰੀ ਜਾਈਏ, ਆਪਾਂ ਗੋਆ ਦੀਆਂ ਹੀ ਗੱਲਾਂ ਕਰੀ ਜਾਈਏ, ਉਹ ਪ੍ਰਵਾਨ ਨਹੀਂ ਹੈ। ਸੋ ਇਸ ਕਰਕੇ ਆਪਾਂ ਇਹ ਵੀ ਸਮਝਣਾ ਹੈ ਕਿ ਪਹਿਲਾਂ 10 ਨੂੰ ਸ਼ਲੋਕ ਯਾਦ ਆ ਰਿਹਾ ਪਰ ਪੂਰਾ ਸ਼ਾਇਦ ਉਹ ਨਹੀਂ ਦਿਮਾਗ 'ਚ ਬੈਠ ਰਿਹਾ। ਪਹਿਲਾ ਦਰਸ਼ਨ ਮਗਰੋਂ ਪ੍ਰੀਤੀ, ਫਿਰ ਕੋਈ ਭਾਵੇਂ ਜਾਪ ਕਰੇ। ਇਸ ਤਰ੍ਹਾਂ ਕੁਝ ਸ਼ਲੋਕ ਹੈ ਕਿ ਪਹਿਲਾ ਦਰਸ਼ਨ ਨੇ, ਪਹਿਲਾਂ ਦੇਖਣਾ ਹੁੰਦਾ। ਮੈਂ ਤੁਹਾਡੇ ਨਾਲ ਗੱਲ ਸਾਂਝ ਪਾਵਾਂ ਕਿਉਂਕਿ ਸਤਿਗੁਰ ਜਿਹੜਾ ਹੁੰਦਾ ਉਹ ਜ਼ਰੂਰੀ ਨਹੀਂ ਕਿ ਉਹ ਲੇਡੀ ਹੋਵੇ, ਜ਼ਰੂਰੀ ਨਹੀਂ ਕਿ ਉਹ ਮੇਲ ਹੋਵੇ, ਜ਼ਰੂਰੀ ਨਹੀਂ ਕਿ ਉਹ ਬੱਚਾ ਹੋਵੇ, ਬਜ਼ੁਰਗ ਹੋਵੇ, ਕੋਈ ਵੀ ਹੋ ਸਕਦਾ। ਗੱਡੀ ਚਲਾਉਣ ਵਾਲਾ ਡਰਾਈਵਰ ਆ, ਉਹ ਡਰਾਈਵਰ ਲੇਡੀ ਵੀ ਹੋ ਸਕਦੀ ਹੈ, ਡਰਾਈਵਰ ਜੈਂਟਸ ਵੀ ਹੋ ਸਕਦਾ ਆ। ਡਰਾਈਵਰ ਦਾ ਮਤਲਬ ਹੈ ਡਰਾਈਵਰ, ਬਸ ਉਹਨੇ ਗੱਡੀ ਚਲਾਉਣੀ ਹੈ। ਡਰਾਈਵਰ ਨੂੰ ਇਹ ਨਹੀਂ ਕਿਹਾ ਕਿ ਲੇਡੀ ਡਰਾਈਵਰ ਹੋ ਸਕਦੀ ਹੈ। ਸਤਿਗੁਰ ਦਾ ਮਤਲਬ ਇਹ ਹੁੰਦਾ ਵੀ ਸੱਤ ਦਾ ਗਿਆਨ ਦੇਣ ਵਾਲਾ। ਇੱਥੇ ਕਿਤੇ ਵੀ ਡਿਫਾਈਨ ਨਹੀਂ ਕੀਤਾ ਗਿਆ, ਕਿਤੇ ਵੀ ਦੱਸਿਆ ਨਹੀਂ ਗਿਆ ਬਾਣੀਆਂ ਦੇ ਵਿੱਚ ਕਿ ਸਤਿਗੁਰ ਜਿਹੜਾ ਹੈ ਉਹ ਬੰਦਾ ਹੀ ਹੋ ਸਕਦਾ ਹੈ। ਨਹੀਂ, ਸਤਿਗੁਰ ਕੋਈ ਵੀ ਹੋ ਸਕਦਾ, ਗਿਆਨ ਦੇਣ ਵਾਲਾ ਕੋਈ ਵੀ ਹੋ ਸਕਦਾ। ਸੋ ਆਪ ਕਿਰਪਾ ਕਰੋ, ਰਹਿਮਤ ਕਰੋ। ਸੇਵਾ ਉਹ ਹੈ ਜੋ ਸਤਿਗੁਰ ਦੇ ਬਚਨਾਂ 'ਤੇ ਚੱਲਣਾ, ਆਪਣੇ ਮਨ ਨੂੰ ਸਟਰੋਂਗ ਬਣਾਉਣਾ, ਤੇ ਫਿਜ਼ੀਕਲ ਸੇਵਾ ਉਹ ਹੁੰਦੀ ਹੈ ਜਿਹੜੀ ਬੰਦੇ ਦੇ ਸਰੀਰ ਨੂੰ ਤੰਦਰੁਸਤ ਰੱਖੇ। ਸਿਮਰਨ ਉਨਾ ਚਿਰ ਸਿਮਰਨ ਨਹੀਂ ਜਿੰਨਾ ਚਿਰ ਜਿਸ ਦੇ ਬਾਰੇ ਅਸੀਂ ਸਿਮਰਨ ਕਰ ਰਹੇ ਹਾਂ, ਜਿਸ ਚੀਜ਼ ਬਾਰੇ, ਜਿਸ ਆਬਜੈਕਟ ਦੇ ਬਾਰੇ, ਜਿਸ ਜਗ੍ਹਾ ਜਾਂ ਕਿਸੇ ਪਰਮਾਤਮਾ ਬਾਰੇ ਗੱਲਾਂ ਕਰ ਰਹੇ ਹਾਂ, ਜੇ ਸਾਨੂੰ ਕੋਈ ਜਾਣਕਾਰੀ ਨਹੀਂ, ਉਹ ਸੇਵਾ ਵੀ ਪ੍ਰਵਾਨ ਨਹੀਂ ਔਰ ਸਿਮਰਨ ਵੀ ਪ੍ਰਵਾਨ ਨਹੀਂ। ਤੇ ਸਤਸੰਗ ਉਹ ਹੁੰਦਾ ਹੈ ਜਿੱਥੇ ਸਤਸੰਗ ਕੀਤਾ ਜਾਵੇ, ਜਿੱਥੇ ਬੈਠ ਕੇ ਸਤਸੰਗ ਦੀਆਂ ਗੱਲਾਂ ਕੀਤੀਆਂ ਜਾਣ, ਉਹ ਸਤਸੰਗ ਹੁੰਦਾ ਹੈ। ਤੇ ਸੱਤ ਦਾ ਸੰਗ ਵੀ ਤਦੇ ਹੋ ਸਕਦਾ ਜੇ ਸੱਤ ਬਾਰੇ ਜਾਣਕਾਰੀ ਹੋਵੇ। ਆਓ ਕਿਰਪਾ ਕਰੋ, ਫਿਰ ਇੱਕ ਦਫਾ ਆਪ ਜੀ ਤੋਂ ਖਿਮਾ ਦਾ ਜਾਚਕ ਹਾਂ, ਮਾਫੀ ਮੰਗਦਾ ਕੋਈ ਇੱਦਾਂ ਦੀ ਗੱਲ ਵਾਧੂ ਘਾਟੂ ਕਹਿ ਗਿਆ ਹੋਵਾਂ ਜਿਸ ਕਰਕੇ ਆਪ ਜੀ ਦਾ ਦਿਲ ਦੁਖਿਆ ਹੋਵੇ ਜਾਂ ਉਹ ਆਪ ਜੀ ਦੀ ਸਮਝ ਤੋਂ ਬਾਹਰ ਹੋਵੇ, ਤਾਂ ਮੈਨੂੰ ਮਾਫ ਕਰਨਾ। ਅੱਗੇ ਤੋਂ ਪੂਰਾ ਇਹ ਆਸ਼ੀਰਵਾਦ ਦਿਓ ਕਿ ਆਪ ਜੀ ਦੇ ਹੁਕਮਾਂ ਦੇ ਮੁਤਾਬਕ ਮੈਂ ਆਪ ਜੀ ਦੇ ਵਿੱਚ ਰੱਬ ਨੂੰ ਦੇਖ ਸਕਾਂ, ਆਪ ਜੀ ਦੇ ਵਿੱਚ ਇਸ ਕਲਾ ਨੂੰ ਦੇਖ ਸਕਾਂ, ਇਸ ਕਲਾਕਾਰ ਦੀ ਕਲਾ ਨੂੰ ਦੇਖ ਸਕਾਂ, ਇਸ ਕਾਦਰ ਨੂੰ ਦੇਖ ਸਕਾਂ, ਤਾਂ ਹੀ ਮੇਰਾ ਜੀਵਨ ਸਫਲ ਹੋਏਗਾ। ਬਾਕੀ ਵਾਧੂ ਘਾਟੂ ਗੱਲਾਂ ਦੀ ਮਾਫੀ। ਧੰਨਵਾਦ ਜੀ।